ਜੇ ਕਸਬੇ ਵਿੱਚ ਰਹਿੰਦੀ ਹਾਂ। ਮੈਂ ਬਹੁਤ ਜ਼ਿਆਦਾ ਹਸੀਨ ਅਤੇ ਖੂਬਸੂਰਤ ਸੀ। ਜਦੋਂ ਮੇਰੀ ਸ਼ਾਦੀ ਹੋਈ ਤਾਂ ਮੇਰੇ ਪਤੀ ਦੇ ਸੌਣ ਤੋਂ ਬਾਅਦ ਮੇਰੀ ਨਨਾਣ ਮੈਨੂੰ ਚੁਪਕੇ ਜਿਹੇ ਆਪਣੇ ਕੱਪੜੇ ਪਹਿਨਾ ਦਿੰਦੀ ਸੀ ਅਤੇ ਘੁੰਡ ਕੱਢ ਕੇ ਪਲੰਗ ਤੇ ਬਿਠਾ ਦਿੰਦੀ ਸੀ। ਥੋੜੀ ਦੇਰ ਬਾਅਦ ਇੱਕ ਆਦਮੀ ਮੇਰੇ ਕਮਰੇ ਵਿੱਚ ਆਉਂਦਾ ਤੇ ਮੇਰਾ ਹੱਥ ਫੜ ਕੇ ਪੂਰੀ ਰਾਤ ਰੋਂਦਾ ਰਹਿੰਦਾ ਅਤੇ ਜਾਂਦੇ ਸਮੇਂ ਮੇਰੀ ਝੋਲੀ ਪੈਸਿਆਂ ਨਾਲ ਭਰ ਦਿੰਦਾ। ਮੈਂ ਨਨਾਣ ਦੇ ਡਰ ਦੀ ਵਜ੍ਹਾ ਨਾਲ ਘੁੰਡ ਵੀ ਨਹੀਂ ਚੁੱਕ ਸਕਦੀ ਸੀ। ਇੱਕ ਰਾਤ ਮੈਂ ਚੁਪਕੇ ਜਿਹੇ ਨਨਾਣ ਦੇ ਦੁਪੱਟੇ ਵਿੱਚ ਛੇਕ ਕਰ ਦਿੱਤਾ ਅਤੇ ਜਿਵੇਂ ਹੀ ਰਾਤ ਨੂੰ ਉਹ ਆਦਮੀ ਮੇਰੇ ਕਮਰੇ ਵਿੱਚ ਆਇਆ, ਮੈਂ ਛੇਕ ਵਿੱਚੋਂ ਉਸ ਨੂੰ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਤਾਂ ਮੇਰਾ ਆਪਣਾ ਹੀ। ਮੈਂ ਖੂਬਸੂਰਤ ਲੜਕੀ ਹਾਂ ਅਤੇ ਮੈਂ ਆਪਣੇ ਲਈ ਸੁਪਨੇ ਵੀ ਬਹੁਤ ਹੀ ਖੂਬਸੂਰਤ ਦੇਖੇ ਸਨ, ਪਰ ਜ਼ਰੂਰੀ ਨਹੀਂ ਹੈ ਕਿ ਜਿਹੋ ਜਿਹਾ ਅਸੀਂ ਸੋਚੀਏ ਉਵੇਂ ਹੀ ਹੋਵੇ। ਅਸੀਂ ਸੋਚਦੇ ਕੁਝ ਹੋਰ ਹਾਂ ਅਤੇ ਹੁੰਦਾ ਕੁਝ ਹੋਰ ਹੈ। ਮੇਰੇ ਨਾਲ ਵੀ ਅਜਿਹਾ ਕੁਝ ਹੋਇਆ, ਕਿਉਂਕਿ ਮੇਰੀ ਤਰ੍ਹਾਂ ਮੇਰੀ ਕਿਸਮਤ ਖੂਬਸੂਰਤ ਨਹੀਂ ਸੀ। ਮੇਰੀ ਸ਼ਾਦੀ ਇੱਕ ਬਹੁਤ ਜ਼ਿਆਦਾ ਬਦਸੂਰਤ ਇਨਸਾਨ ਨਾਲ ਹੋ ਗਈ। ਨਾ ਸਿਰਫ ਉਹ ਬਦਸੂਰਤ ਸੀ, ਬਲਕਿ ਉਹ ਲੋਕ ਇਸ ਕਸਬੇ ਦੇ ਬਦਨਾਮ ਲੋਕਾਂ ਵਿੱਚੋਂ ਸਨ। ਉਹਨਾਂ ਦੇ ਮਾਂ-ਬਾਪ ਨਹੀਂ ਸਨ। ਘਰ ਵਿੱਚ ਸਿਰਫ ਦੋਵੇਂ ਭੈਣ ਭਰਾ ਅਤੇ ਇੱਕ ਬੁੱਢਾ ਚਾਚਾ ਹੀ ਰਹਿੰਦਾ ਸੀ। ਸਭ ਲੋਕ ਕਹਿੰਦੇ ਸਨ ਕਿ ਇਹਨਾਂ ਲੋਕਾਂ ਵਿੱਚ ਜ਼ਰੂਰ ਕੁਝ ਗੜਬੜ ਹੈ, ਪਰ ਫਿਰ ਵੀ ਮੇਰੀ ਮਾਂ ਨੇ ਮੇਰੀ ਸ਼ਾਦੀ ਇਸ ਘਰ ਵਿੱਚ ਕਰ ਦਿੱਤੀ। ਮੇਰੇ ਪਾਪਾ ਸਾਡੇ ਨਾਲ ਨਹੀਂ ਰਹਿੰਦੇ ਸਨ। ਉਹਨਾਂ ਦਾ ਕੰਮ ਦੂਜੇ ਦੇਸ਼ ਵਿੱਚ ਸੀ ਅਤੇ ਉਹਨਾਂ ਨੂੰ ਛੁੱਟੀ ਬਹੁਤ ਮੁਸ਼ਕਲ ਨਾਲ ਮਿਲਿਆ ਕਰਦੀ ਸੀ। ਇਸੇ ਵਜ੍ਹਾ ਕਰਕੇ ਘਰ ਦੇ ਸਾਰੇ ਫੈਸਲੇ ਮੇਰੀ ਮਾਂ ਹੀ ਲਿਆ ਕਰਦੀ ਸੀ। ਜਿਸ ਇਨਸਾਨ ਨਾਲ ਮੇਰੀ ਸ਼ਾਦੀ ਹੋਈ ਉਸ ਦਾ ਨਾਮ ਸੁਧੀਰ ਸੀ ਅਤੇ ਉਹ ਪੂਰੇ ਕਸਬੇ ਵਿੱਚ ਸਭ ਤੋਂ ਜ਼ਿਆਦਾ ਸੁਸਤ ਅਤੇ ਗੰਦਾ ਇਨਸਾਨ ਸੀ। ਸਭ ਉਸ ਨੂੰ ਕਹਿੰਦੇ ਸਨ ਕਿ ਉਸ ਦਾ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਉਹ ਬਹੁਤ ਹੀ ਸੁਸਤ ਹੈ। ਮੈਂ ਤਾਂ ਉਹਨਾਂ ਦੇ ਘਰ ਦੇ ਬਾਰੇ ਇਹ ਵੀ ਸੁਣ ਰੱਖਿਆ ਸੀ ਕਿ ਇਹਨਾਂ ਦੇ ਘਰੋਂ ਬਹੁਤ ਹੀ ਗੰਦੀ ਤਰ੍ਹਾਂ ਦੀ ਬਦਬੂ ਆਉਂਦੀ ਹੈ। ਜੇਕਰ ਕਸਬੇ ਤੋਂ ਕੋਈ ਵੀ ਉਹਨਾਂ ਦੇ ਘਰ ਜਾਂਦਾ ਤਾਂ ਬਦਬੂ ਦੀ ਵਜ੍ਹਾ ਨਾਲ ਉਸ ਦਾ ਉੱਥੇ ਰੁਕਣਾ ਮੁਸ਼ਕਲ ਹੋ ਜਾਂਦਾ ਸੀ। ਮੈਂ ਆਪਣੀ ਮਾਂ ਨਾਲ ਬਹੁਤ ਵਾਰ ਲੜਾਈ ਕੀਤੀ ਅਤੇ ਉਹਨਾਂ ਨੂੰ ਸਾਫ਼-ਸਾਫ਼ ਮਨਾ ਕੀਤਾ ਕਿ ਮੈਂ ਸ਼ਾਦੀ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੀ। ਇਸੇ ਗੱਲ ਤੇ ਮੇਰੀ ਮਾਂ ਨੇ ਮੇਰੇ 2-4 ਥੱਪੜ ਵੀ ਲਗਾ ਦਿੱਤੇ, ਜਦਕਿ ਬਚਪਨ ਤੋਂ ਲੈ ਕੇ ਅੱਜ ਤੱਕ ਮੇਰੀ ਮਾਂ ਨੇ ਕਦੇ ਮੇਰੇ ਉੱਪਰ ਹੱਥ ਤੱਕ ਨਹੀਂ ਉਠਾਇਆ ਸੀ। ਪਰ ਜਦੋਂ ਕਿਸਮਤ ਹੀ ਸਾਥ ਨਾ ਦੇਵੇ ਤਾਂ ਕਿਸੇ ਨਾਲ ਕੀ ਸ਼ਿਕਾਇਤ ਕਰਨੀ। ਇੱਥੋਂ ਤੱਕ ਕਿ ਮੇਰੀ ਸ਼ਾਦੀ ਸੁਧੀਰ ਨਾਲ ਵੀ ਹੋ ਗਈ ਸੀ। ਪਾਪਾ ਸ਼ਾਦੀ ਵਾਲੇ ਦਿਨ ਹੀ ਆਏ। ਥੋੜੇ ਉਦਾਸ ਹੋਏ, ਪਰ ਤਦ ਤੱਕ ਮੇਰੀ ਸ਼ਾਦੀ ਸੁਧੀਰ ਨਾਲ ਹੋ ਚੁੱਕੀ ਸੀ। ਮੈਂ ਦੁਲਹਨ ਬਣੀ ਆਪਣੇ ਕਮਰੇ ਵਿੱਚ ਬੈਠੀ ਸੀ। ਸੱਚ ਵਿੱਚ ਇਹਨਾਂ ਦੇ ਘਰੋਂ ਇੰਨੀ ਗੰਦੀ ਬਦਬੂ ਆਉਂਦੀ ਸੀ, ਪਰ ਮੈਂ ਇੱਥੇ ਉੱਠ ਕੇ ਕਿਤੇ ਨਹੀਂ ਜਾ ਸਕਦੀ ਸੀ। ਮੈਂ ਤਾਂ ਬਸ ਭਗਵਾਨ ਅੱਗੇ ਪ੍ਰਾਰਥਨਾ ਹੀ ਕਰ ਰਹੀ ਸੀ ਕਿ ਸੁਧੀਰ ਮੇਰੇ ਕਮਰੇ ਵਿੱਚ ਹੀ ਨਾ ਆਵੇ, ਅਤੇ ਜੇਕਰ ਆ ਵੀ ਜਾਵੇ ਤਾਂ ਮੇਰੇ ਕੋਲ ਨਾ ਆਵੇ। ਪਰ ਜਦੋਂ ਦਰਵਾਜ਼ਾ ਖੁੱਲ੍ਹਿਆ ਤਾਂ ਸੱਚ ਵਿੱਚ ਸੁਧੀਰ ਨਹੀਂ ਆਇਆ ਸੀ, ਬਲਕਿ ਸੁਧੀਰ ਦੀ ਭੈਣ ਰਾਧਿਕਾ ਨੇ ਕਮਰੇ ਵਿੱਚ ਕਦਮ ਰੱਖਿਆ ਸੀ। ਉਹ 42 ਸਾਲ ਦੀ ਸੀ ਅਤੇ ਅਜੇ ਤੱਕ ਉਸਨੇ ਸ਼ਾਦੀ ਨਹੀਂ ਕੀਤੀ ਸੀ। ਉਸਨੇ ਆਉਂਦੇ ਹੀ ਅਚਾਨਕ ਮੇਰੇ ਹੱਥ ਫੜ ਲਏ ਅਤੇ ਮੇਰੇ ਹੱਥ ਫੜ ਕੇ ਰੋਣ ਲੱਗੀ। ਮੈਂ ਪਰੇਸ਼ਾਨ ਹੋ ਗਈ ਕਿ ਇਹ ਅਜਿਹੀ ਹਰਕਤ ਕਿਉਂ ਕਰ ਰਹੀ ਹੈ। ਉਸਨੇ ਕਿਹਾ ਕਿ ਮੈਂ ਬਹੁਤ ਮੁਸ਼ਕਿਲ ਵਿੱਚ ਹਾਂ, ਮੈਨੂੰ ਤੁਹਾਡੀ ਮਦਦ ਚਾਹੀਦੀ ਹੈ। ਮੈਂ ਸੋਚਿਆ, ਇਹ ਮੇਰੇ ਤੋਂ ਇਸ ਸਮੇਂ ਮਦਦ ਕਿਉਂ ਮੰਗ ਰਹੀ ਹੈ, ਜਦਕਿ ਇਸ ਸਮੇਂ ਮੈਨੂੰ ਖੁਦ ਹੀ ਉਹਨਾਂ ਦੀ ਮਦਦ ਦੀ ਜ਼ਰੂਰਤ ਸੀ, ਕਿਉਂਕਿ ਮੈਂ ਸੁਧੀਰ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦੀ ਸੀ।
ਮੇਰੀ ਨਨਾਣ ਨੇ ਮੈਨੂੰ ਕਿਹਾ ਕਿ ਭਾਬੀ, ਮੈਂ ਬਹੁਤ ਵੱਡੀ ਮੁਸ਼ਕਿਲ ਵਿੱਚ ਹਾਂ। ਮੈਂ ਜੈਸਾ ਕਹਿੰਦੀ ਹਾਂ ਤੁਸੀਂ ਉਵੇਂ ਹੀ ਕਰ ਲਿਓ। ਇਸ ਤੋਂ ਬਾਅਦ ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰਾਂਗੀ। ਮੇਰੀ ਨਨਾਣ ਦੀ ਇਸ ਗੱਲ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਮੈਂ ਉਸ ਤੋਂ ਪੁੱਛਿਆ ਕਿ ਤੂੰ ਮੇਰੇ ਤੋਂ ਕੀ ਕਰਵਾਉਣਾ ਚਾਹੁੰਦੀ ਹੈ? ਮੈਨੂੰ ਦੱਸ ਤਾਂ ਸਹੀ, ਤੈਨੂੰ ਮੇਰੇ ਤੋਂ ਕੀ ਕੰਮ ਹੈ? ਉਸਨੇ ਮੈਨੂੰ ਕਿਹਾ ਕਿ ਮੈਂ ਪੂਰੀ ਗੱਲ ਤੈਨੂੰ ਸ਼ੁਰੂ ਤੋਂ ਦੱਸਾਂਗੀ। ਅਜੇ ਮੈਨੂੰ ਤੂੰ ਦੱਸ ਕਿ ਮੈਂ ਇਸ ਸਮੇਂ ਤੇਰੇ ਲਈ ਕੀ ਕਰ ਸਕਦੀ ਹਾਂ। ਜਦੋਂ ਮੇਰੀ ਨਨਾਣ ਨੇ ਮੈਨੂੰ ਪੁੱਛਿਆ ਤਾਂ ਮੈਂ ਉਸਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਆਪਣੇ ਭਰਾ ਨੂੰ ਅੱਜ ਕਮਰੇ ਵਿੱਚ ਨਹੀਂ ਆਉਣ ਦੇਣਾ। ਮੇਰੇ ਸਿਰ ਵਿੱਚ ਬਹੁਤ ਦਰਦ ਹੈ। ਮੇਰੀ ਇਸ ਗੱਲ ਤੇ ਉਸਨੇ ਮੈਨੂੰ ਨਜ਼ਰ ਉਠਾ ਕੇ ਦੇਖਿਆ ਤੇ ਫਿਰ ਕਿਹਾ ਕਿ ਠੀਕ ਹੈ। ਉਂਝ ਵੀ ਦੁਲਹਨ ਸ਼ਾਦੀ ਦੇ ਦਿਨ ਬਹੁਤ ਜ਼ਿਆਦਾ ਥੱਕ ਜਾਂਦੀ ਹੈ। ਮੇਰੀ ਨਨਾਣ ਨੇ ਪਤਾ ਨਹੀਂ ਕਿਸ ਤਰ੍ਹਾਂ ਸੁਧੀਰ ਨੂੰ ਕਮਰੇ ਵਿੱਚ ਆਉਣ ਨਹੀਂ ਦਿੱਤਾ। ਮੈਂ ਆਰਾਮ ਨਾਲ ਸੋ ਗਈ ਅਤੇ ਸਵੇਰ ਨੂੰ ਨਹਾ ਧੋ ਕੇ ਤਿਆਰ ਹੋ ਗਈ। ਮੇਰੇ ਦਿਲ ਵਿੱਚ ਇਹੀ ਇਰਾਦਾ ਸੀ ਕਿ ਚੰਗੇ ਤਰੀਕੇ ਨਾਲ ਇਸ ਘਰ ਦੀ ਸਫਾਈ ਕਰਾਂਗੀ, ਪਤਾ ਲਗਾਵਾਂਗੀ ਕਿ ਇਹ ਬਦਬੂ ਕਿੱਥੋਂ ਆ ਰਹੀ ਹੈ। ਅਗਲਾ ਦਿਨ ਵੀ ਨਿਕਲ ਗਿਆ। ਮੈਂ ਕੁਝ ਦਿਨ ਆਪਣੇ ਮਾਂ-ਬਾਪ ਦੇ ਘਰ ਰਹਿ ਕੇ ਆਈ ਅਤੇ ਕੁਝ ਸਮਾਂ ਆਪਣੇ ਕਮਰੇ ਨੂੰ ਸਾਫ਼ ਕਰਨ ਵਿੱਚ ਕੱਢ ਦਿੱਤਾ। ਮੈਨੂੰ ਰਾਧਿਕਾ ਨੇ ਮਨਾ ਕੀਤਾ ਕਿ ਹੁਣੇ-ਹੁਣੇ ਸ਼ਾਦੀ ਹੋਈ ਹੈ, ਤੂੰ ਕੋਈ ਕੰਮ ਨਾ ਕਰ। ਪਰ ਮੇਰਾ ਕਹਿਣਾ ਸੀ ਕਿ ਮੈਂ ਇਸ ਬਦਬੂ ਵਿੱਚ ਨਹੀਂ ਬੈਠ ਸਕਦੀ। ਜਦੋਂ ਮੈਂ ਬਦਬੂ ਦਾ ਨਾਮ ਲਿਆ ਤਾਂ ਇਸ ਤੋਂ ਬਾਅਦ ਰਾਧਿਕਾ ਨੇ ਹੋਰ ਕੋਈ ਗੱਲ ਨਹੀਂ ਕੀਤੀ। ਇਸੇ ਤਰ੍ਹਾਂ ਰਾਤ ਹੋ ਗਈ ਅਤੇ ਜਦੋਂ ਰਾਤ ਨੂੰ ਸੁਧੀਰ ਸੋ ਗਿਆ ਤਾਂ ਮੇਰੀ ਨਨਾਣ ਨੇ ਮੇਰੇ ਕਮਰੇ ਦੀ ਖਿੜਕੀ ਖੜਕਾਈ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਪਤਾ ਨਹੀਂ ਕੌਣ ਹੈ ਅਤੇ ਕਿੱਥੋਂ ਆਵਾਜ਼ ਆ ਰਹੀ ਹੈ, ਇਸ ਲਈ ਮੈਂ ਧਿਆਨ ਨਹੀਂ ਦਿੱਤਾ। ਪਰ ਜਦੋਂ ਖੜਕਾਉਣ ਦੀ ਆਵਾਜ਼ ਵਿੱਚ ਤੇਜ਼ੀ ਆਈ ਤਾਂ ਮੈਂ ਦਰਵਾਜ਼ੇ ਤੇ ਜਾ ਕੇ ਦੇਖਿਆ, ਉੱਥੇ ਕੋਈ ਨਹੀਂ ਸੀ। ਵਾਪਸ ਆ ਕੇ ਮੈਂ ਪਲੰਗ ਤੇ ਸੋ ਗਈ। ਜਦੋਂ ਦੁਬਾਰਾ ਤੋਂ ਆਵਾਜ਼ ਆਈ ਤਾਂ ਮੈਂ ਧਿਆਨ ਨਾਲ ਸੁਣਿਆ ਕਿ ਆਵਾਜ਼ ਕਿਸ ਤਰਫ ਤੋਂ ਆ ਰਹੀ ਹੈ। ਜਿਵੇਂ ਹੀ ਮੈਂ ਖਿੜਕੀ ਖੋਲੀ ਤਾਂ ਮੇਰੀ ਨਨਾਣ ਉੱਥੇ ਖੜੀ ਸੀ। ਉਸਨੇ ਮੈਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ। ਜਦੋਂ ਮੈਂ ਬਾਹਰ ਆਈ ਤਾਂ ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਇੱਕ ਕੰਮ ਕਰਨ ਦਾ ਵਾਅਦਾ ਲਿਆ ਸੀ, ਤੁਹਾਨੂੰ ਉਹ ਕੰਮ ਅੱਜ ਹੀ ਕਰਨਾ ਹੈ। ਮੈਂ ਆਪਣੀ ਨਨਾਣ ਨੂੰ ਕਿਹਾ ਕਿ ਕੀ ਕੰਮ ਹੈ? ਪਹਿਲਾਂ ਮੈਨੂੰ ਠੀਕ ਤਰ੍ਹਾਂ ਸਮਝਾਓ, ਕਿਉਂਕਿ ਉਸ ਸਮੇਂ ਵੀ ਮੇਰੇ ਮਨ ਵਿੱਚ ਪਿੰਡ ਵਾਲਿਆਂ ਦੀਆਂ ਹੀ ਗੱਲਾਂ ਚੱਲ ਰਹੀਆਂ ਸਨ। ਕਿਉਂਕਿ ਪਿੰਡ ਵਾਲੇ ਇਹਨਾਂ ਦੋਵਾਂ ਭੈਣ ਭਰਾਵਾਂ ਨੂੰ ਬਿਲਕੁਲ ਚੰਗਾ ਨਹੀਂ ਸਮਝਦੇ ਸਨ। ਮੈਂ ਝੂਠ ਨਹੀਂ ਬੋਲਾਂਗੀ, ਪਰ ਉਸ ਸਮੇਂ ਮੇਰੇ ਦਿਮਾਗ ਵਿੱਚ ਇਹੀ ਸਭ ਗੱਲਾਂ ਚੱਲ ਰਹੀਆਂ ਸਨ ਕਿ ਇਹ ਮੇਰੇ ਤੋਂ ਜ਼ਰੂਰ ਕੁਝ ਗਲਤ ਕੰਮ ਹੀ ਕਰਵਾਵੇਗੀ, ਜਾਂ ਫਿਰ ਇਸ ਦਾ ਕੋਈ ਚੱਕਰ ਹੋਵੇਗਾ ਜਿਸ ਦਾ ਹੱਲ ਇਹ ਮੇਰੇ ਤੋਂ ਕਢਵਾਉਣਾ ਚਾਹੁੰਦੀ ਹੈ। ਉਹ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਕੇ ਆਈ ਅਤੇ ਆਪਣੀ ਅਲਮਾਰੀ ਵਿੱਚੋਂ ਇੱਕ ਸੂਟ ਕੱਢ ਕੇ ਮੈਨੂੰ ਪਹਿਨਣ ਲਈ ਕਹਿਤਾ। ਮੈਂ ਹੈਰਾਨੀ ਨਾਲ ਉਸ ਤੋਂ ਪੁੱਛਿਆ ਕਿ ਮੈਂ ਤੁਹਾਡੇ ਕੱਪੜੇ ਕਿਉਂ ਪਹਿਨਾਂ, ਉਹ ਵੀ ਰਾਤ ਦੇ ਇਸ ਵਕਤ? ਉਸਨੇ ਮੈਨੂੰ ਕਿਹਾ ਕਿ ਪਹਿਲਾਂ ਤੁਸੀਂ ਇਹ ਕੱਪੜੇ ਪਹਿਨੋ, ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ। ਮੈਂ ਆਪਣੀ ਨਨਾਣ ਨੂੰ ਕਿਹਾ ਕਿ ਪਹਿਲਾਂ ਉਹ ਮੈਨੂੰ ਸ਼ੁਰੂ ਤੋਂ ਸਾਰੀ ਗੱਲ ਦੱਸੇ, ਤਦ ਹੀ ਮੈਂ ਉਸਦੇ ਕੱਪੜੇ ਪਹਿਨਾਂਗੀ। ਉਹ ਅਚਾਨਕ ਜ਼ੋਰ-ਜ਼ੋਰ ਨਾਲ ਰੋਣ ਲੱਗੀ ਅਤੇ ਉਸਦੇ ਹੰਝੂ ਦੇਖ ਕੇ ਮੈਂ ਬਹੁਤ ਘਬਰਾ ਗਈ। ਉਹ ਰੋਂਦੇ ਹੋਏ ਮੈਨੂੰ ਕਹਿਣ ਲੱਗੀ ਕਿ ਅਸੀਂ ਦੋਵੇਂ ਭੈਣ ਭਰਾ ਬਹੁਤ ਛੋਟੇ ਸੀ ਜਦੋਂ ਸਾਡੇ ਮਾਂ-ਬਾਪ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ, ਅਤੇ ਉਸ ਸਮੇਂ ਸਾਡੇ ਹਾਲਾਤ ਅਜਿਹੇ ਸਨ ਕਿ ਸਾਡੇ ਕੋਲ ਖਾਣ ਨੂੰ ਕੁਝ ਵੀ ਨਹੀਂ ਸੀ। ਇਹ ਜੋ ਅੱਜ ਸੁਧੀਰ ਭਰਾ ਦੀ ਹਾਲਤ ਹੈ, ਉਹ ਇਸ ਵਜ੍ਹਾ ਨਾਲ ਹੈ। ਕੀ ਮਤਲਬ ਹੈ? ਕਿਹੜਾ ਅਜੀਬ ਜਿਹਾ ਕੰਮ ਕੀਤਾ ਹੈ? ਫਿਰ ਉਸਨੇ ਮੈਨੂੰ ਇੱਕ ਬਹੁਤ ਅਜੀਬ ਜਿਹੀ ਗੱਲ ਦੱਸੀ ਅਤੇ ਸੱਚ ਵਿੱਚ ਉਸ ਗੱਲ ਨੂੰ ਸੁਣ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਹੋਈ। ਅਤੇ ਇਹ ਵੀ ਸੱਚ ਹੈ ਕਿ ਅਜਿਹੀਆਂ ਚੀਜ਼ਾਂ ਬਾਰੇ ਮੈਂ ਅੱਜ ਤੱਕ ਸਿਰਫ ਸੁਣਿਆ ਹੀ ਸੀ,
ਪਰ ਅਜਿਹਾ ਇਨਸਾਨ ਨਹੀਂ ਦੇਖਿਆ ਸੀ ਜਿਸ ਨੂੰ ਇਹਨਾਂ ਗੱਲਾਂ ਤੇ ਵਿਸ਼ਵਾਸ ਹੋਵੇ। ਉਹ ਮੈਨੂੰ ਦੱਸਣ ਲੱਗੀ ਕਿ ਮੈਂ ਗਰੀਬੀ ਤੋਂ ਤੰਗ ਆ ਕੇ ਇੱਕ ਤਾਂਤਰਿਕ ਦੇ ਕੋਲ ਗਈ। ਉਸ ਤਾਂਤਰਿਕ ਨੇ ਮੈਨੂੰ ਇੱਕ ਟੋਟਕਾ ਦੱਸਿਆ ਜਿਸ ਨੂੰ ਕਰਨ ਵਿੱਚ ਪਹਿਲੀ ਕੋਸ਼ਿਸ਼ ਵਿੱਚ ਮੈਂ ਫੇਲ ਹੋ ਗਈ ਅਤੇ ਉਸੇ ਦੀ ਵਜ੍ਹਾ ਨਾਲ ਸਾਡੇ ਘਰ ਵਿੱਚ ਇਹ ਗੰਦੀ ਬਦਬੂ ਆਉਂਦੀ ਹੈ। ਜੇਕਰ ਤੈਨੂੰ ਉਸ ਬਦਬੂ ਨੂੰ ਖਤਮ ਕਰਨਾ ਹੈ ਤਾਂ ਤੈਨੂੰ ਮੇਰੇ ਨਾਲ ਮਿਲ ਕੇ ਉਸ ਟੋਟਕੇ ਨੂੰ ਪੂਰਾ ਕਰਨਾ ਹੀ ਹੋਵੇਗਾ, ਨਹੀਂ ਤਾਂ ਤੂੰ ਕੁਝ ਵੀ ਕਰ ਲਵੇਂ, ਇਸ ਘਰੋਂ ਬਦਬੂ ਖਤਮ ਨਹੀਂ ਹੋਵੇਗੀ ਅਤੇ ਨਾ ਹੀ ਇਸ ਘਰ ਦੇ ਹਾਲਾਤ ਠੀਕ ਹੋਣਗੇ। ਅਤੇ ਹੁਣ ਤੂੰ ਮੰਨੇ ਜਾਂ ਨਾ ਮੰਨੇ, ਤੂੰ ਵੀ ਇਸ ਘਰ ਦਾ ਹਿੱਸਾ ਹੈ। ਸੁਧੀਰ ਤੇਰਾ ਪਤੀ ਹੈ ਤੇ ਅਸੀਂ ਹੀ ਤੁਹਾਡਾ ਪਰਿਵਾਰ ਹਾਂ, ਇਸ ਲਈ ਤੈਨੂੰ ਮੇਰੀ ਮਦਦ ਕਰਨੀ ਹੀ ਹੋਵੇਗੀ। ਮੈਂ ਆਪਣੀ ਨਨਾਣ ਤੋਂ ਪੁੱਛਿਆ ਕਿ ਕਿਸ ਕਿਸਮ ਦਾ ਟੋਟਕਾ ਹੈ। ਉਸਨੇ ਮੈਨੂੰ ਦੱਸਿਆ, ਤੈਨੂੰ ਇਸ ਟੋਟਕੇ ਨੂੰ ਪੂਰਾ ਕਰਨ ਲਈ ਰੋਜ਼ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਅਤੇ ਘੁੰਡ ਕੱਢ ਕੇ ਇੱਕ ਜਗ੍ਹਾ ਚੰਗਾ ਜਿਹਾ ਜੋੜਾ ਪਹਿਨ ਕੇ ਆਪਣੇ ਬਿਸਤਰ ਤੇ ਬੈਠਣਾ ਹੈ ਅਤੇ ਰਾਤ ਦੇ 12 ਵਜੇ ਤੋਂ ਬਾਅਦ ਇੱਕ ਆਦਮੀ ਨੂੰ ਮੇਰੇ ਕਮਰੇ ਵਿੱਚ ਆਉਣਾ ਹੈ। ਇਹ ਗੱਲ ਸਾਫ਼ ਨਹੀਂ ਸੀ ਕਿ ਉਹ ਆਦਮੀ ਕੌਣ ਸੀ, ਪਰ ਇੱਕ ਆਦਮੀ ਕਮਰੇ ਵਿੱਚ ਆਏਗਾ ਅਤੇ ਉਹ ਮੇਰਾ ਹੱਥ ਫੜ ਕੇ ਮੇਰੇ ਨਾਲ ਕੁਝ ਗੱਲਾਂ ਕਰੇਗਾ ਅਤੇ ਮੈਨੂੰ ਕਿਹਾ ਗਿਆ ਸੀ ਕਿ ਇਸ ਟੋਟਕੇ ਨੂੰ ਕਰਨ ਵਿੱਚ ਮੈਨੂੰ ਬਹੁਤ ਸਾਰੀ ਦੌਲਤ ਮਿਲੇਗੀ। ਮਤਲਬ ਮੈਨੂੰ ਇੰਨੇ ਪੈਸੇ ਮਿਲਣਗੇ ਕਿ ਮੇਰੇ ਸਾਰੇ ਖੁਆਬ ਪੂਰੇ ਹੋ ਜਾਣਗੇ। ਅਤੇ ਮੇਰੀ ਨਨਾਣ ਨੇ ਦੱਸਿਆ ਕਿ ਟੋਟਕੇ ਦੇ ਪਹਿਲੇ ਦਿਨ ਹੀ ਜਦੋਂ ਉਹ ਆਦਮੀ ਮੇਰੇ ਕਮਰੇ ਵਿੱਚ ਆਇਆ ਸੀ ਤਾਂ ਮੈਂ ਉਸ ਨੂੰ ਦੇਖ ਕੇ ਬਹੁਤ ਡਰ ਗਈ ਅਤੇ ਮੈਂ ਨਜ਼ਰ ਉਠਾ ਕੇ ਉਸ ਨੂੰ ਦੇਖ ਲਿਆ। ਅਤੇ ਉਸ ਰਾਤ ਦੇ ਬਾਅਦ ਤੋਂ 3 ਮਹੀਨੇ ਤੱਕ ਮੇਰੀ ਬਹੁਤ ਜ਼ਿਆਦਾ ਤਬੀਅਤ ਖਰਾਬ ਰਹੀ। ਮੈਨੂੰ ਇੰਨਾ ਤੇਜ਼ ਬੁਖਾਰ ਰਹਿਣ ਲੱਗਾ ਕਿ 3 ਮਹੀਨੇ ਤੱਕ ਮੈਂ ਬਿਸਤਰ ਤੋਂ ਉੱਠ ਹੀ ਨਾ ਸਕੀ। ਤਬੀਅਤ ਠੀਕ ਹੋਣ ਤੋਂ ਬਾਅਦ ਮੈਂ ਤਾਂਤਰਿਕ ਦੇ ਕੋਲ ਦੁਬਾਰਾ ਗਈ। ਉਸਨੇ ਬਹੁਤ ਮੰਤਰ ਜਾਪ ਕੀਤਾ ਅਤੇ ਮੈਨੂੰ ਕਿਹਾ ਕਿ ਤੈਨੂੰ ਇੱਕ ਵਾਰ ਹੋਰ ਅਤੇ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਮੇਰੀ ਨਨਾਣ ਮੈਨੂੰ ਕਹਿਣ ਲੱਗੀ ਕਿ ਭਾਬੀ, ਹੁਣ ਤੂੰ ਹੀ ਮੇਰੀ ਮਦਦ ਕਰਨੀ ਹੈ। ਮੇਰੇ ਕੱਪੜੇ ਪਹਿਨ ਕੇ ਬਿਸਤਰ ਤੇ ਘੁੰਡ ਕੱਢ ਕੇ ਬੈਠਣਾ ਹੈ। ਰਾਤ ਨੂੰ ਉਹ ਆਦਮੀ ਆਵੇਗਾ ਅਤੇ ਤੁਹਾਡਾ ਹੱਥ ਫੜ ਕੇ ਤੁਹਾਡੇ ਨਾਲ ਕੁਝ ਗੱਲਾਂ ਕਰੇਗਾ ਅਤੇ ਕੁਝ ਵੀ ਹੋ ਜਾਵੇ, ਤੈਨੂੰ ਉਸ ਆਦਮੀ ਨੂੰ ਨਜ਼ਰ ਉਠਾ ਕੇ ਨਹੀਂ ਦੇਖਣਾ ਹੈ। ਇਹ ਗੱਲਾਂ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ, ਪਰ ਮੈਂ ਆਪਣੀ ਨਨਾਣ ਨੂੰ ਪਤਾ ਨਹੀਂ ਚੱਲਣ ਦਿੱਤਾ ਕਿ ਮੈਂ ਡਰ ਗਈ ਹਾਂ। ਬਸ ਮੈਂ ਉਸ ਨੂੰ ਮਨਾ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਮੈਂ ਉਸ ਨੂੰ ਕਿਹਾ ਕਿ ਮੈਂ ਅਜਿਹਾ ਕੋਈ ਕੰਮ ਨਹੀਂ ਕਰਾਂਗੀ। ਅਮੀਰ ਹੋਣ ਦਾ ਲਾਲਚ ਤੁਸਾਂ ਕੀਤਾ ਹੈ। ਸਾਰੀ ਗਲਤੀ ਤੁਹਾਡੀ ਹੀ ਹੈ ਕਿ ਤੁਸਾਂ ਇਹ ਸਭ ਕੰਮ ਕੀਤਾ। ਮੈਂ ਗਲਤ ਕੰਮ ਕਰਨ ਵਿੱਚ ਤੁਹਾਡਾ ਸਾਥ ਨਹੀਂ ਦੇਵਾਂਗੀ। ਤਦ ਮੈਨੂੰ ਰਾਧਿਕਾ ਨੇ ਇੱਕ ਅਜਿਹੀ ਅਜੀਬ ਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਈ। ਉਸਨੇ ਮੈਨੂੰ ਕਿਹਾ ਕਿ ਹੁਣ ਚਾਹੇ ਕੁਝ ਵੀ ਹੋ ਜਾਵੇ, ਤੁਹਾਨੂੰ ਮੇਰੀ ਮਦਦ ਕਰਨੀ ਹੀ ਹੋਵੇਗੀ, ਕਿਉਂਕਿ ਤਾਂਤਰਿਕ ਨੇ ਮੈਨੂੰ ਦੱਸਿਆ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਹੀ ਇਸ ਟੋਟਕੇ ਨੂੰ ਪੂਰਾ ਨਾ ਕੀਤਾ ਜਾਇਆ ਤਾਂ ਇਸ ਘਰ ਵਿੱਚ ਰਹਿਣ ਵਾਲੇ ਹਰ ਇਨਸਾਨ ਦੀ ਮੌਤ ਹੋ ਜਾਵੇਗੀ। ਮੈਂ ਆਪਣੀ ਨਨਾਣ ਨੂੰ ਕਿਹਾ ਕਿ ਮੈਂ ਅਜਿਹੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੀ, ਤੈਨੂੰ ਹੀ ਹੋਵੇਗਾ ਇਹਨਾਂ ਗੱਲਾਂ ਤੇ ਵਿਸ਼ਵਾਸ। ਇੰਨਾ ਸੁਣਦੇ ਹੀ ਮੇਰੀ ਨਨਾਣ ਮੇਰੇ ਕੋਲ ਆਈ ਅਤੇ ਅੱਖਾਂ ਵੱਡੀਆਂ ਕਰਕੇ ਮੈਨੂੰ ਕਹਿਣ ਲੱਗੀ, ਤਾਂ ਇਹ ਬਦਬੂ ਕਿੱਥੋਂ ਆ ਰਹੀ ਹੈ? ਜੇਕਰ ਤੂੰ ਚਾਹੇ ਤਾਂ ਪੂਰਾ ਘਰ ਧੋ ਲੈ। ਜੇਕਰ ਇਹ ਬਦਬੂ ਚਲੀ ਜਾਵੇਗੀ ਤਾਂ ਸਮਝ ਲੈਣਾ ਕਿ ਮੈਂ ਝੂਠ ਬੋਲ ਰਹੀ ਹਾਂ, ਅਤੇ ਜੇਕਰ ਇਹ ਬਦਬੂ ਨਹੀਂ ਗਈ ਤਾਂ ਫਿਰ ਤੈਨੂੰ ਮਜਬੂਰਨ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਹੀ ਪਵੇਗਾ। ਸੱਚੀ ਗੱਲ ਤਾਂ ਇਹ ਹੈ ਕਿ ਇਸ ਘਰ ਨੂੰ ਸਾਫ਼ ਕੀਤਾ ਸੀ ਅਤੇ ਘਰ ਦਾ ਪੂਰਾ ਕੋਨਾ-ਕੋਨਾ ਛਾਣ ਮਾਰਿਆ ਸੀ ਕਿ ਇਹ ਬਦਬੂ ਕਿੱਥੋਂ ਆ ਰਹੀ ਹੈ। ਮੈਂ ਇਸ ਬਦਬੂ ਨੂੰ ਖਤਮ ਕਰਨ ਦੀ ਨਾਕਾਮ ਕੋਸ਼ਿਸ਼ ਪਹਿਲਾਂ ਹੀ ਕਰ ਚੁੱਕੀ ਸੀ। ਫਿਰ ਵੀ ਮੈਂ ਆਪਣੀ ਨਨਾਣ ਨੂੰ ਕਿਹਾ ਕਿ ਉਹ ਮੈਨੂੰ 1 ਦਿਨ ਦਾ ਸਮਾਂ ਹੋਰ ਦੇ ਦੇਵੇ। ਮੈਂ ਫਿਰ ਤੋਂ ਕੋਸ਼ਿਸ਼ ਕਰਨਾ ਚਾਹੁੰਦੀ ਹਾਂ। ਜੇਕਰ ਮੈਂ ਇਸ ਕੋਸ਼ਿਸ਼ ਵਿੱਚ ਨਾਕਾਮਯਾਬ ਰਹੀ ਤਾਂ ਫਿਰ ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗੀ। ਅਗਲਾ ਪੂਰਾ ਦਿਨ ਮੈਂ ਘਰ ਦੀ ਸਾਫ਼ ਸਫਾਈ ਵਿੱਚ ਕੱਢਿਆ, ਪੂਰੇ ਘਰ ਨੂੰ ਧੋ ਦਿੱਤਾ। ਪਰ ਮੈਂ ਹੈਰਾਨ ਸੀ ਕਿ ਇੰਨੀ ਸਾਫ਼ ਸਫਾਈ ਤੋਂ ਬਾਅਦ ਵੀ ਬਦਬੂ ਆ ਹੀ ਰਹੀ ਸੀ। ਫਿਰ ਮੈਂ ਸੋਚਿਆ ਸ਼ਾਇਦ ਮੇਰੀ ਨਨਾਣ ਦੀ ਗੱਲ ਸੱਚੀ ਹੈ, ਉਹ ਸੱਚ ਵਿੱਚ ਕੁਝ ਗਲਤ ਕਰ ਬੈਠੀ ਸੀ। ਹੁਣ ਮੈਨੂੰ ਇਸ ਦੀ ਮਦਦ ਕਰਨੀ ਸੀ, ਕਿਉਂਕਿ ਜੇਕਰ ਉਹ ਸੱਚ ਬੋਲ ਰਹੀ ਸੀ ਤਾਂ ਇਹ ਟੋਟਕਾ ਵੀ ਸੱਚਾ ਸੀ, ਅਤੇ ਜੇਕਰ ਮੈਂ ਉਸ ਦੀ ਮਦਦ ਕਰਕੇ ਇਸ ਟੋਟਕੇ ਨੂੰ ਪੂਰਾ ਨਾ ਕਰਦੀ ਤਾਂ ਮੈਂ ਵੀ ਮਰ ਸਕਦੀ ਸੀ। ਮੈਨੂੰ ਆਪਣੀ ਜਾਨ ਬਚਾਉਣੀ ਹੀ ਸੀ। ਤਦ ਹੀ ਮੈਂ ਦੇਖਿਆ ਕਿ ਮੇਰੀ ਨਨਾਣ ਆਪਣੇ ਕਮਰੇ ਵਿੱਚ ਬੈਠੀ ਬੱਚਿਆਂ ਵਾਂਗ ਰੋ ਰਹੀ ਹੈ ਅਤੇ ਭਗਵਾਨ ਤੋਂ ਮਾਫੀ ਮੰਗ ਰਹੀ ਹੈ ਅਤੇ ਕਹਿ ਰਹੀ ਸੀ ਕਿ ਹੇ ਭਗਵਾਨ, ਮੈਂ ਪੈਸਿਆਂ ਦੇ ਲਾਲਚ ਵਿੱਚ ਬਹੁਤ ਵੱਡੀ ਗਲਤੀ ਕਰ ਦਿੱਤੀ, ਮੈਨੂੰ ਮਾਫ ਕਰ ਦੇ ਅਤੇ ਸਾਡੀ ਸਾਰਿਆਂ ਦੀ ਜਾਨ ਬਚਾ ਲੈ। ਮੈਂ ਸੋਚਿਆ ਕਿ ਆਖਰ ਕਿਉਂ ਕੋਈ 42 ਸਾਲ ਦੀ ਸਮਝਦਾਰ ਔਰਤ ਅਜਿਹੀ ਹਰਕਤ ਕਰੇਗੀ। ਮੈਂ ਅੰਦਰ ਜਾ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਅਤੇ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂਗੀ। ਮੇਰੀ ਨਨਾਣ ਨੇ ਮੈਨੂੰ ਕਿਹਾ ਕਿ
ਇਹ ਗੱਲ ਸੁਧੀਰ ਨੂੰ ਨਹੀਂ ਪਤਾ ਚੱਲਣੀ ਚਾਹੀਦੀ, ਕਿਉਂਕਿ ਉਹ ਸ਼ੁਰੂ ਤੋਂ ਇਸ ਵਿੱਚ ਸ਼ਾਮਿਲ ਨਹੀਂ ਹੈ। ਜੇਕਰ ਇਹ ਗੱਲ ਉਸ ਨੂੰ ਪਤਾ ਚੱਲੇਗੀ ਤਾਂ ਉਹ ਬਹੁਤ ਜ਼ਿਆਦਾ ਗੁੱਸਾ ਹੋਵੇਗਾ ਅਤੇ ਫਿਰ ਅਸੀਂ ਇਸ ਟੋਟਕੇ ਨੂੰ ਕਦੇ ਪੂਰਾ ਨਹੀਂ ਕਰ ਸਕਾਂਗੇ, ਕਿਉਂਕਿ ਇਹ ਇੱਕ ਆਦਮੀ ਦੀ ਗੱਲ ਹੈ ਅਤੇ ਕੋਈ ਮਰਦ ਕਦੇ ਬਰਦਾਸ਼ਤ ਨਹੀਂ ਕਰੇਗਾ ਕਿ ਉਸ ਦੀ ਪਤਨੀ ਅਜਿਹਾ ਕਰੇ ਜਿਸ ਵਿੱਚ ਉਸ ਦੀ ਪਤਨੀ ਦੀ ਇੱਜ਼ਤ ਨੂੰ ਖਤਰਾ ਹੋਵੇ। ਨਾ ਉਹ ਕਦੇ ਰਾਜ਼ੀ ਹੋਵੇਗਾ। ਉਹ ਕਦੇ ਨਹੀਂ ਚਾਹੇਗਾ ਕਿ ਉਸ ਦੀ ਪਤਨੀ ਨੂੰ ਇੱਕ ਗੈਰ ਮਰਦ ਦੇ ਨਾਲ ਇਕੱਲੇ ਬੈਠਣਾ ਪਵੇ। ਮੈਂ ਆਪਣੀ ਨਨਾਣ ਨੂੰ ਕਿਹਾ ਕਿ ਬੈਠਣ ਤੱਕ ਤਾਂ ਠੀਕ ਹੈ, ਪਰ ਦੇਖ ਲੈਣਾ ਕਿਤੇ ਕੁਝ ਗਲਤ ਨਾ ਹੋ ਜਾਵੇ। ਉਸਨੇ ਕਿਹਾ, ਨਹੀਂ, ਅਜਿਹਾ ਬਿਲਕੁਲ ਵੀ ਨਹੀਂ ਹੋਵੇਗਾ, ਕਿਉਂਕਿ ਮੈਂ ਪਹਿਲਾਂ ਹੀ ਇਹ ਕੰਮ ਕਰ ਚੁੱਕੀ ਹਾਂ। ਬਸ ਇੰਨਾ ਧਿਆਨ ਰੱਖਣਾ ਕਿ ਚਾਹੇ ਕੁਝ ਵੀ ਹੋ ਜਾਵੇ, ਤੂੰ ਉਸ ਆਦਮੀ ਵੱਲ ਨਜ਼ਰ ਉਠਾ ਕੇ ਨਾ ਦੇਖਣਾ, ਚਾਹੇ ਤੁਹਾਡੇ ਸਿਰ ਤੇ ਛਾਤੀ ਕਿਉਂ ਨਾ ਡਿੱਗ ਜਾਵੇ, ਅਤੇ ਉਸ ਦੀਆਂ ਅੱਖਾਂ ਵਿੱਚ ਨਹੀਂ ਦੇਖਣਾ, ਬਸ ਨਜ਼ਰ ਝੁਕਾ ਕੇ ਬੈਠੇ ਰਹਿਣਾ। ਮੇਰਾ ਦਿਲ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਕਮਰੇ ਵਿੱਚ ਆ ਕੇ ਮੰਮੀ ਨੂੰ ਕਾਲ ਕੀਤੀ। ਮੈਂ ਮੰਮੀ ਨੂੰ ਇਹ ਸਭ ਦੱਸ ਤਾਂ ਨਹੀਂ ਸਕਦੀ ਸੀ, ਪਰ ਸੋਚਿਆ ਕਿ ਥੋੜੀ ਦੇਰ ਉਹਨਾਂ ਨਾਲ ਗੱਲ ਕਰਨ ਨਾਲ ਮੇਰਾ ਮਨ ਥੋੜਾ ਹਲਕਾ ਹੋ ਜਾਵੇਗਾ। ਪਰ ਤਦ ਹੀ ਮੈਨੂੰ ਯਾਦ ਆਇਆ ਕਿ ਮੈਂ ਤਾਂ ਆਪਣੀ ਮੰਮੀ ਨਾਲ ਨਾਰਾਜ਼ ਸੀ, ਕਿਉਂਕਿ ਉਹਨਾਂ ਨੇ ਹੀ ਅਜਿਹੇ ਘਰ ਵਿੱਚ ਮੇਰੀ ਜ਼ਬਰਦਸਤੀ ਸ਼ਾਦੀ ਕਰਵਾਈ ਸੀ। ਮੇਰੇ ਪਾਪਾ ਤਾਂ ਉਹਨਾਂ ਦੀ ਇਸ ਗੱਲ ਤੇ ਬਹੁਤ ਗੁੱਸਾ ਸਨ। ਜਦੋਂ ਮਾਂ ਨੇ ਪੁੱਛਿਆ ਕਿ ਤੂੰ ਖੁਸ਼ ਹੈ ਜਾਂ ਨਹੀਂ, ਤਾਂ ਮੈਨੂੰ ਗੁੱਸਾ ਆ ਗਿਆ। ਮੈਂ ਉਹਨਾਂ ਨੂੰ ਕਿਹਾ ਕਿ ਇਹ ਪੁੱਛਣ ਦਾ ਹੱਕ ਤੁਸੀਂ ਗਵਾ ਚੁੱਕੇ ਹੋ। ਅਜਿਹੇ ਘਰ ਵਿੱਚ ਕੋਈ ਕਿਵੇਂ ਖੁਸ਼ ਰਹਿ ਸਕਦਾ ਹੈ? ਕੀ ਹੈ ਇਸ ਘਰ ਵਿੱਚ ਜਿਸ ਦੀ ਵਜ੍ਹਾ ਨਾਲ ਮੈਂ ਖੁਸ਼ ਹੋ ਜਾਵਾਂ? ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਪੈਸੇ ਨਾਲ ਹੀ ਖਰੀਦੀਆਂ ਜਾ ਸਕਦੀਆਂ ਹਨ। ਤੁਹਾਡੇ ਕੋਲ ਪੈਸਾ ਆ ਜਾਣ ਤਾਂ ਤੂੰ ਵੀ ਬਹੁਤ ਖੁਸ਼ ਰਹੇਂਗੀ। ਮੈਂ ਮੰਮੀ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਕਿੱਥੋਂ ਆਉਣਗੇ? ਮੇਰੇ ਪਤੀ ਦਾ ਤਾਂ ਅਜਿਹਾ ਕੰਮ ਹੈ ਕਿ ਅੱਜ ਹੈ ਤਾਂ ਕੱਲ ਨਹੀਂ। ਮੇਰੀ ਮੰਮੀ ਮੈਨੂੰ ਤਸੱਲੀ ਦੇਣ ਲੱਗੀ। ਉਹਨਾਂ ਨੇ ਮੈਨੂੰ ਕਿਹਾ ਕਿ ਦੇਖਣਾ, ਬਹੁਤ ਜਲਦ ਸਭ ਕੁਝ ਠੀਕ ਹੋ ਜਾਵੇਗਾ। ਤੂੰ ਵੀ ਵੱਡੀਆਂ ਗੱਡੀਆਂ ਵਿੱਚ ਘੁੰਮਿਆ ਕਰੇਂਗੀ, ਤੁਹਾਡਾ ਵੀ ਵੱਡਾ ਜਿਹਾ ਘਰ ਹੋਵੇਗਾ। ਮੇਰੀ ਮੰਮੀ ਮੈਨੂੰ ਅਜਿਹੇ ਖੁਆਬ ਦਿਖਾ ਰਹੀ ਸੀ ਜਿਵੇਂ ਸਭ ਕੁਝ ਮੈਨੂੰ ਉਹੀ ਖਰੀਦ ਕੇ ਦੇਣ ਵਾਲੀ ਹੋਵੇ। ਮੈਂ ਆਪਣੀਆਂ ਪਰੇਸ਼ਾਨੀਆਂ ਵਿੱਚ ਲੱਗੀ ਸੀ, ਇਸ ਲਈ ਮੈਂ ਮੰਮੀ ਦੀਆਂ ਗੱਲਾਂ ਤੇ ਧਿਆਨ ਨਹੀਂ ਦਿੱਤਾ। ਮੈਂ ਬਹੁਤ ਡਰੀ ਹੋਈ ਸੀ, ਪਰ ਮੇਰੀ ਮਜਬੂਰੀ ਸੀ ਕਿ ਮੈਨੂੰ ਇਹ ਕੰਮ ਕਰਨਾ ਹੀ ਸੀ। ਰਾਤ ਨੂੰ ਜਦੋਂ ਸੁਧੀਰ ਸੋ ਗਿਆ ਤਾਂ ਮੈਂ ਆਪਣੀ ਨਨਾਣ ਦੇ ਕਮਰੇ ਵਿੱਚ ਆ ਗਈ ਅਤੇ ਨਨਾਣ ਦੇ ਕੱਪੜੇ ਪਹਿਨ ਕੇ ਚੰਗੇ ਤਰੀਕੇ ਨਾਲ ਦੁਲਹਨ ਦੀ ਤਰ੍ਹਾਂ ਤਿਆਰ ਹੋ ਗਈ ਅਤੇ ਨਨਾਣ ਦੇ ਪਲੰਘ ਤੇ ਬੈਠ ਗਈ। ਉਸਨੇ ਮੇਰਾ ਅਜਿਹਾ ਘੁੰਡ ਕੱਢ ਦਿੱਤਾ ਜਿਸ ਨਾਲ ਹਲਕਾ ਜਿਹਾ ਵੀ ਨਹੀਂ ਦਿਖ ਰਿਹਾ ਸੀ। ਉਹ ਘੁੰਡ ਬਹੁਤ ਮੋਟੇ ਕੱਪੜੇ ਦਾ ਸੀ ਅਤੇ ਫਿਰ ਮੇਰੀ ਨਨਾਣ ਕਮਰੇ ਤੋਂ ਬਾਹਰ ਚਲੀ ਗਈ। ਉਸਨੇ ਮੈਨੂੰ ਕਿਹਾ ਕਿ ਉਹ ਮੇਰੇ ਕੋਲ ਹੀ ਰਹੇਗੀ। ਥੋੜੀ ਦੇਰ ਬਾਅਦ ਨਨਾਣ ਦੇ ਕਮਰੇ ਦਾ ਪਿਛਲਾ ਦਰਵਾਜ਼ਾ ਖੁੱਲਿਆ, ਜਿਸ ਦਾ ਰਸਤਾ ਗਲੀ ਵਿੱਚ ਨਿਕਲਦਾ ਸੀ। ਉੱਥੋਂ ਇੱਕ ਆਦਮੀ ਅੰਦਰ ਆਇਆ ਅਤੇ ਮੇਰੇ ਕੋਲ ਆ ਕੇ ਬੈਠ ਗਿਆ। ਮੈਂ ਬੁਰੀ ਤਰ੍ਹਾਂ ਡਰੀ ਹੋਈ ਸੀ ਕਿ ਪਤਾ ਨਹੀਂ ਕੀ ਹੋਣ ਵਾਲਾ ਹੈ। ਮੇਰਾ ਪਤੀ ਜਿਹੋ ਜਿਹਾ ਵੀ ਹੋਵੇ, ਪਰ ਮੇਰਾ ਪਤੀ ਸੀ ਅਤੇ ਮੈਂ ਉਸ ਦੇ ਨਾਲ ਧੋਖਾ ਕਰ ਰਹੀ ਸੀ। ਉਸ ਆਦਮੀ ਨੇ ਮੇਰਾ ਹੱਥ ਫੜਿਆ ਤੇ ਬੱਚਿਆਂ ਵਾਂਗ ਰੋਣ ਲੱਗਾ। ਉਹ ਕੁਝ ਬੋਲ ਵੀ ਨਹੀਂ ਪਾ ਰਿਹਾ ਸੀ। ਥੋੜੀ ਦੇਰ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਹ ਹਲਕਾ ਕੁਝ ਬੁੜਬੁੜਾ ਰਿਹਾ ਸੀ। ਉਹ ਬਹੁਤ ਹੌਲੀ ਬੋਲ ਰਿਹਾ ਸੀ ਕਿ ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਉਸ ਦੇ ਸ਼ਬਦ ਹੀ ਅਜਿਹੇ ਸਨ ਕਿ ਮੈਂ ਕੁਝ ਸਮਝ ਨਹੀਂ ਪਾ ਰਹੀ ਸੀ। ਜਦੋਂ ਮੈਂ ਉਸ ਦੀ ਆਵਾਜ਼ ਤੇ ਧਿਆਨ ਦਿੱਤਾ ਤਾਂ ਉਹ ਬੋਲ ਰਿਹਾ ਸੀ ਕਿ ਮੈਨੂੰ ਬਚਾ ਲਓ, ਮੈਂ ਬਹੁਤ ਪਰੇਸ਼ਾਨ ਹਾਂ, ਮੇਰੀ ਪਰੇਸ਼ਾਨੀ ਦੂਰ ਕਰ ਦਿਓ, ਮੈਂ ਜੋ ਚਾਹੁੰਦਾ ਹਾਂ ਮੈਨੂੰ ਮਿਲ ਜਾਵੇ। ਉਹ ਕਾਫੀ ਦੇਰ ਮੇਰਾ ਹੱਥ ਫੜ ਕੇ ਬੈਠਾ ਰਿਹਾ ਤੇ ਜਦੋਂ ਤੱਕ ਉਹ ਆਦਮੀ ਮੇਰੇ ਕਮਰੇ ਵਿੱਚ ਰਿਹਾ, ਮੇਰਾ ਦਿਲ ਆਪਣੇ ਕਾਬੂ ਵਿੱਚ ਨਹੀਂ ਸੀ। ਮੇਰੀ ਧੜਕਣ ਬਹੁਤ ਤੇਜ਼ ਚੱਲ ਰਹੀ ਸੀ। ਥੋੜੀ ਦੇਰ ਬਾਅਦ ਉਹ ਆਦਮੀ ਜਿਵੇਂ ਆਇਆ ਸੀ ਉਵੇਂ ਹੀ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਜਦੋਂ ਮੈਂ ਘੁੰਡ ਉੱਪਰ ਕਰਕੇ ਦੇਖਿਆ ਤਾਂ ਮੈਂ ਆਪਣੀ ਝੋਲੀ ਵਿੱਚ ਦੇਖਿਆ ਤਾਂ ਮੇਰੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਸ ਵਿੱਚ ਬਹੁਤ ਸਾਰੇ ਨੋਟ ਪਏ ਸਨ। ਇਹ ਜ਼ਰੂਰ ਉਹੀ ਆਦਮੀ ਰੱਖ ਕੇ ਗਿਆ ਹੋਵੇਗਾ। ਮੇਰੀ ਨਨਾਣ ਨੇ ਮੈਨੂੰ ਕਿਹਾ ਕਿ ਦੇਖੋ, ਇਹਨਾਂ ਪੈਸਿਆਂ ਨੂੰ, ਇੰਨੇ ਪੈਸੇ ਅਸੀਂ ਪੂਰਾ ਮਹੀਨਾ ਮਿਹਨਤ ਕਰਕੇ ਵੀ ਨਹੀਂ ਕਮਾ ਸਕਦੇ ਸੀ। ਮੈਂ ਕਿਹਾ ਸੀ ਨਾ ਕਿ ਸਭ ਠੀਕ ਹੋ ਜਾਵੇਗਾ। ਦੇਖਿਆ, ਕੁਝ ਵੀ ਨਹੀਂ ਹੋਇਆ। ਸਾਨੂੰ ਬਸ ਕੁਝ ਦਿਨ ਹੋਰ ਇਹ ਕੰਮ ਕਰਨਾ ਹੋਵੇਗਾ। ਮੈਂ ਵੀ ਹਾਂ ਕਰ ਦਿੱਤੀ ਅਤੇ ਕਿਹਾ ਕਿ ਹਾਂ ਠੀਕ ਹੈ, ਮੈਂ ਇਹ ਕੰਮ ਕਰਾਂਗੀ। ਹੁਣ ਤਾਂ ਇਹ ਰੋਜ਼ ਦਾ ਹੀ ਹੋ ਗਿਆ ਸੀ। ਉਹ ਆਦਮੀ ਰਾਤ ਨੂੰ ਆਉਂਦਾ ਅਤੇ ਮੇਰੀ ਝੋਲੀ ਪੈਸਿਆਂ ਨਾਲ ਭਰ ਦਿੰਦਾ ਸੀ, ਪਰ ਉਹ ਸਾਰੇ ਪੈਸੇ ਮੇਰੀ ਨਨਾਣ ਮੇਰੇ ਤੋਂ ਲੈ ਲੈਂਦੀ ਸੀ।
ਉਹ ਬਹੁਤ ਖੁਸ਼ ਹੁੰਦੀ। ਮੈਂ ਉਸ ਨੂੰ ਵਾਰ-ਵਾਰ ਪੁੱਛਦੀ ਸੀ ਕਿ ਹੁਣ ਤਾਂ ਸਾਨੂੰ ਇਸ ਟੋਟਕੇ ਨੂੰ ਕਰਦੇ ਹੋਏ ਬਹੁਤ ਦਿਨ ਹੋ ਗਏ ਹਨ। ਕਦੋਂ ਤੱਕ ਇਹੀ ਕੰਮ ਸਾਨੂੰ ਕਰਨਾ ਹੋਵੇਗਾ? ਉਸਨੇ ਕਿਹਾ ਕਿ ਥੋੜੇ ਦਿਨ ਹੋਰ ਕਰਨਾ ਹੋਵੇਗਾ। ਰੋਜ਼-ਰੋਜ਼ ਅਜਿਹਾ ਕਰਦੇ-ਕਰਦੇ ਹੁਣ ਮੇਰੇ ਦਿਲ ਵਿੱਚ ਇੱਕ ਤਰ੍ਹਾਂ ਦਾ ਸ਼ੱਕ ਪੈਦਾ ਹੋਣ ਲੱਗਾ ਸੀ ਕਿ ਇਹ ਆਦਮੀ ਕੌਣ ਹੈ। ਮੇਰੀ ਨਨਾਣ ਮੈਨੂੰ ਰੋਜ਼ ਹੀ ਇੱਕ ਸੂਟ ਪਹਿਨਾਉਂਦੀ। ਮੈਂ ਆਪਣੇ ਨਨਾਣ ਦੇ ਦੁਪੱਟੇ ਵਿੱਚ ਇੱਕ ਛੇਕ ਕਰ ਦਿੱਤਾ ਕਿ ਮੈਂ ਇਹ ਆਰ-ਪਾਰ ਦੇਖ ਸਕਾਂ। ਮੈਂ ਉਸ ਦੇ ਪਾਰ ਤੋਂ ਉਸ ਆਦਮੀ ਦਾ ਚਿਹਰਾ ਦੇਖ ਸਕਾਂ। ਮੈਂ ਪਲੰਗ ਤੇ ਬੈਠੀ ਸੀ। ਉਹ ਆਦਮੀ ਆਇਆ ਤੇ ਮੇਰਾ ਹੱਥ ਫੜ ਕੇ ਰੋਣ ਲੱਗਾ। ਮੈਂ ਅੱਜ ਹਿੰਮਤ ਕਰਕੇ ਉਸ ਵਿਅਕਤੀ ਦਾ ਚਿਹਰਾ ਦੇਖਣ ਦੀ ਠਾਣ ਲਈ ਸੀ, ਜਦਕਿ ਅਜਿਹਾ ਕਰਨ ਲਈ ਮੇਰੀ ਨਨਾਣ ਨੇ ਮੈਨੂੰ ਸਾਫ਼-ਸਾਫ਼ ਮਨਾ ਕੀਤਾ ਸੀ। ਪਰ ਆਪਣੇ ਦਿਲ ਵਿੱਚ ਪੈਦਾ ਹੋਏ ਸ਼ੱਕ ਕਾਰਨ ਮੈਨੂੰ ਅੱਜ ਉਸ ਦਾ ਚਿਹਰਾ ਦੇਖਣਾ ਹੀ ਸੀ ਕਿ ਮੇਰੀ ਨਨਾਣ ਮੈਨੂੰ ਪਾਗਲ ਬਣਾ ਰਹੀ ਹੈ। ਮੈਂ ਜਿਵੇਂ ਹੀ ਉਸ ਆਦਮੀ ਦਾ ਚਿਹਰਾ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਆਦਮੀ ਕੋਈ ਹੋਰ ਨਹੀਂ, ਮੇਰਾ ਮੈਨੂੰ ਕਿਹਾ ਕਿ ਤੇਰਾ ਪਿਓ ਜਿੰਨਾ ਸਿੱਧਾ ਦਿਖਦਾ ਹੈ ਓਨਾ ਹੈ ਨਹੀਂ। ਉਸਨੇ ਸਾਡੇ ਤੋਂ ਛੁਪ ਕੇ ਦੂਜੀ ਸ਼ਾਦੀ ਕਰ ਰੱਖੀ ਹੈ ਅਤੇ ਐਨਾ ਹੀ ਨਹੀਂ, ਉਸਨੇ ਆਪਣਾ ਸਾਰਾ ਪੈਸਾ ਜਾਇਦਾਦ ਉਸ ਦੂਜੀ ਔਰਤ ਦੇ ਨਾਮ ਕਰ ਦਿੱਤਾ ਹੈ। ਇਹ ਜੋ ਤੈਨੂੰ ਸਾਡੇ ਘਰ ਵਿੱਚ ਗਰੀਬੀ ਦੇ ਢੇਰ ਨਜ਼ਰ ਆ ਰਹੇ ਹਨ, ਇਹ ਸਭ ਤੇਰੇ ਪਿਓ ਦਾ ਹੀ ਕੀਤਾ ਕਰਾਇਆ ਹੈ। ਨਹੀਂ ਤਾਂ ਸਾਡੇ ਕੋਲ ਘਰ ਵੀ ਸੀ, ਜਾਇਦਾਦ ਅਤੇ ਕਾਰੋਬਾਰ ਵੀ। ਉਹ ਸਭ ਉਸ ਔਰਤ ਨੇ ਖੋਹ ਲਿਆ। ਸੁਣਿਆ ਹੈ ਕਿ ਹੁਣ ਉਹ ਔਰਤ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੀ ਹੈ। ਤੇਰਾ ਪਿਓ ਉਸ ਦੇ ਪਿੱਛੇ ਇੰਨਾ ਪਾਗਲ ਹੈ ਕਿ ਉਸ ਦੇ ਚੱਕਰ ਵਿੱਚ ਸ਼ਹਿਰ ਦੇ ਵੱਡੇ ਤੋਂ ਵੱਡੇ ਡਾਕਟਰਾਂ ਦੇ ਚੱਕਰ ਲਗਾ ਰਿਹਾ ਹੈ। ਮੈਂ ਤੇਰੇ ਪਿਓ ਦੇ ਖਿਲਾਫ ਇੱਕ ਪਲਾਨ ਬਣਾਇਆ ਸੀ ਅਤੇ ਤੇਰੀ ਨਨਾਣ ਨੂੰ ਮੈਂ ਇਸ ਵਿੱਚ ਸ਼ਾਮਲ ਕੀਤਾ ਸੀ, ਕਿਉਂਕਿ ਉਹੀ ਇਹ ਕੰਮ ਕਰ ਸਕਦੀ ਸੀ। ਮੁਹੱਲੇ ਦੀਆਂ ਔਰਤਾਂ ਜਾਂ ਮੇਰੀ ਆਪਣੀ ਕੋਈ ਰਿਸ਼ਤੇਦਾਰ ਇਸ ਕੰਮ ਵਿੱਚ ਮੇਰਾ ਸਾਥ ਕਦੇ ਨਹੀਂ ਦਿੰਦੀ। ਅਸੀਂ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਕੁਝ ਦਿਨ ਤੱਕ ਇਸ ਕਮਰੇ ਵਿੱਚ ਭੇਜਿਆ ਜਾਵੇਗਾ, ਜਿੱਥੇ ਇੱਕ ਔਰਤ ਘੁੰਡ ਕੱਢ ਕੇ ਬੈਠੀ ਹੋਵੇਗੀ। ਉਸ ਦਾ ਹੱਥ ਫੜ ਕੇ ਆਪਣੀ ਸਾਰੀ ਪਰੇਸ਼ਾਨੀ ਦੱਸਣੀ ਹੈ ਅਤੇ ਫਿਰ ਉਪਹਾਰ ਦੇ ਤੌਰ ਤੇ ਉਸ ਨੂੰ ਕੁਝ ਪੈਸੇ ਦੇਣੇ ਹਨ। ਤੇਰੇ ਪਿਓ ਨੇ ਆਪਣਾ ਸਾਰਾ ਕੁਝ ਉਸ ਔਰਤ ਤੇ ਲੁਟਾ ਦਿੱਤਾ ਅਤੇ ਉਸ ਤੇ ਸਾਡਾ ਵੀ ਕੁਝ ਹੱਕ ਹੈ, ਜੋ ਹੁਣ ਅਸੀਂ ਉਸ ਜੇਕਰ ਅਸੀਂ ਤੈਨੂੰ ਇਹਨਾਂ ਗੱਲਾਂ ਦੀ ਬਾਰੀਕੀ ਦੱਸਦੇ ਵੀ ਤਾਂ ਤੂੰ ਸਾਡੀ ਮਦਦ ਲਈ ਕਦੇ ਰਾਜ਼ੀ ਨਾ ਹੁੰਦੀ। ਮੈਂ ਆਪਣੀ ਮਾਂ ਨੂੰ ਕਿਹਾ, ਮੰਮੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਹੁਣ ਵੀ ਮਦਦ ਨਹੀਂ ਕਰਾਂਗੀ, ਕਿਉਂਕਿ ਉਹ ਔਰਤ ਬਿਮਾਰ ਹੈ ਅਤੇ ਤੁਸੀਂ ਉਸ ਦੀ ਬਿਮਾਰੀ ਦਾ ਫਾਇਦਾ ਉਠਾ ਰਹੇ ਹੋ। ਮੈਂ ਪਾਪਾ ਨੂੰ ਸਭ ਕੁਝ ਦੱਸ ਦਿਆਂਗੀ।
ਪਰ ਉਸ ਦਿਨ ਦੇ ਬਾਅਦ ਤੋਂ ਪਾਪਾ ਮੇਰੇ ਸਾਹਮਣੇ ਆਉਣ ਤੋਂ ਹਿਚਕਿਚਾ ਰਹੇ ਸਨ। ਪਾਪਾ ਸਭ ਕੁਝ ਜਾਣ ਚੁੱਕੇ ਸਨ। 2 ਦਿਨ ਬਾਅਦ ਪਾਪਾ ਘਰੇ ਆਏ। ਮੈਂ ਉਸ ਦਿਨ ਘਰੇ ਹੀ ਸੀ। ਉਹ ਬਹੁਤ ਉਦਾਸ ਲੱਗ ਰਹੇ ਸਨ। ਪਾਪਾ ਨੇ ਕਿਹਾ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਸਭ ਤੁਸੀਂ ਲੈ ਲਓ, ਕਿਉਂਕਿ ਉਹ ਔਰਤ ਮਰ ਚੁੱਕੀ ਸੀ ਜੋ ਉਹਨਾਂ ਦੀ ਦੂਜੀ ਪਤਨੀ ਸੀ। ਪਾਪਾ ਨੇ ਆਪਣਾ ਸਭ ਕੁਝ ਸਾਡੇ ਨਾਮ ਕਰ ਦਿੱਤਾ, ਪਰ ਉਸ ਦਿਨ ਦੇ ਬਾਅਦ ਤੋਂ ਸਾਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਏ। ਉਹਨਾਂ ਦੇ ਕੋਲ ਮੋਬਾਈਲ ਵੀ ਨਹੀਂ ਸੀ ਅਤੇ ਸਾਨੂੰ ਉਹਨਾਂ ਦਾ ਪਤਾ ਵੀ ਨਹੀਂ ਸੀ। ਅਸੀਂ ਉਹਨਾਂ ਨੂੰ ਕਿਵੇਂ ਲੱਭਦੇ? ਮੇਰੀ ਮੰਮੀ ਨੂੰ ਘਰ ਦੌਲਤ ਸਭ ਕੁਝ ਮਿਲ ਗਿਆ ਸੀ ਅਤੇ ਉਹਨਾਂ ਦੀ ਸੌਕਣ ਵੀ ਇਸ ਦੁਨੀਆ ਤੋਂ ਜਾ ਚੁੱਕੀ ਸੀ, ਪਰ ਆਪਣੇ ਨਾਲ ਉਹਨਾਂ ਦਾ ਸੁਹਾਗ ਵੀ ਲੈ ਗਈ ਸੀ। ਮੈਂ ਇਸ ਗੱਲ ਤੋਂ ਇਹ ਸਿੱਖਿਆ ਸੀ, ਚਾਹੇ ਕੁਝ ਵੀ ਹੋ ਜਾਵੇ, ਆਪਣੀ ਜ਼ਿੰਦਗੀ ਦੇ ਹਮਸਫਰ ਦੇ ਨਾਲ ਕਦੇ ਵੀ ਧੋਖਾ ਨਹੀਂ ਕਰਨਾ ਚਾਹੀਦਾ। ਜਿਸ ਨੂੰ ਭਗਵਾਨ ਨੇ ਸਾਡੇ ਲਈ ਚੁਣਿਆ ਹੈ, ਸਾਨੂੰ ਉਸ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਭਗਵਾਨ ਦਾ ਫੈਸਲਾ